ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਸਾਰਿਆਂ ਦਾ? ਤੇ ਮੈਂ ਰੱਖਦੀ ਰੱਖ ਦੋ ਬੇਟੀ। ਖਾਣਾ ਪੀਣਾ ਸਹੀ ਹੈ। ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੀ ਆਪਣੀ ਫੈਮਿਲੀ 'ਚ ਬੈਠ ਕੇ ਟੀਵੀ ਚੈਨਲਸ ਜਾਂ YouTube ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਦੇਖ ਰਹੇ ਹੋਵੋਗੇ। ਤੇ ਸਾਡਾ ਜਿਹੜਾ ਅੱਜ ਦਾ ਡਿਸਕਸ਼ਨ ਸਾਡੀ ਸੀਗੀ ਮਾਂ ਪੁੱਤ ਦੀ, ਅਸੀਂ ਨਾ ਉਹੀ ਡਿਸਕਸ਼ਨਸ ਕਰਦੇ ਹੁੰਦੇ ਹਾਂ ਜੋ ਸਾਨੂੰ ਡੇ ਟੂ ਡੇ ਅਸੀਂ ਫੇਸ ਕਰਦੇ ਹਾਂ ਜਾਂ ਸਾਨੂੰ ਕਿਤੋਂ ਗੱਲ ਸੁਣਨ ਨੂੰ ਮਿਲ ਜਾਂਦੀ ਹੈ। ਅਸੀਂ ਕੁਝ ਸੋਚ ਕੇ ਨਹੀਂ ਆਉਂਦੇ ਕਦੀ ਕੋਈ ਤਿਆਰੀ ਨਹੀਂ। ਹਾਲਾਂਕਿ ਹੋਣੀ ਚਾਹੀਦੀ ਹੈ, ਤਿਆਰੀ ਕਰਕੇ ਆਉਣਾ ਚਾਹੀਦਾ, ਸਕ੍ਰਿਪਟ ਹੋਣੀ ਚਾਹੀਦੀ ਹੈ, ਫਿਰ ਤੁਸੀਂ ਗੱਲ ਕਰੋ, ਉਹਦੇ ਮਾਇਨੇ ਹੋਰ ਹੁੰਦੇ ਆ। ਪਰ ਅਸੀਂ ਨਾ ਇੰਸਟੈਂਟ ਵੀ ਨਾਲ ਆਉਂਦੇ ਹਾਂ। ਸਾਨੂੰ ਇੱਦਾਂ ਲੱਗਦਾ ਕਿ ਸਾਡਾ ਜਿਹੜਾ ਕੰਟੈਂਟ ਹੈ ਜਿੰਨਾ ਨੈਚੁਰਲ ਰਵੇ ਉਨਾ ਹੀ ਰੀਅਲ ਰਹੇਗਾ ਤੇ ਉਨਾ ਹੀ ਤੁਹਾਡੀਆਂ ਆਮ ਆਪਣੀਆਂ ਘਰਾਂ ਦੀਆਂ ਗੱਲਾਂ ਤੁਹਾਨੂੰ ਇਹ ਲੱਗੇਗਾ ਹਾਂ ਯਾਰ ਸਾਡੇ ਘਰ 'ਚ ਵੀ ਹੁੰਦਾ ਹੈ। ਅੱਛਾ ਇਹ ਸਮਾਜ ਅੱਛਾ ਇਹਨਾਂ ਦੇ ਵੀ ਇਹ ਵਿਊ ਨੇ। ਕਈ ਵਾਰੀ ਆਪਾਂ ਕਨਫਿਊਜ਼ ਹੁੰਦੇ ਹਾਂ ਕਿਸੇ ਚੀਜ਼ ਨੂੰ ਲੈ ਕੇ ਤੇ ਆਪਾਂ ਡਿਸੀਜਨ 'ਤੇ ਆ ਜਾਂਦੇ ਹੁੰਦੇ ਹਾਂ ਯਾਰ ਵੀ ਕਈ ਵਾਰੀ ਆਪਾਂ ਕਿਸੇ ਮਰੇ ਬੰਦੇ ਨੂੰ ਵੀ ਜਿਉਂਦਾ ਕਰ ਦਿੰਦੇ ਹਾਂ। ਕਈ ਵਾਰੀ ਕਿਸੇ ਗੱਲ ਦੀ ਕੋਈ ਟੈਨਸ਼ਨ ਹੋ ਜਾਂਦੀ ਹੈ ਤੇ ਜਦੋਂ ਸਾਹਮਣੇ ਵਾਲਾ ਆਪਣਾ ਸੇਮ ਐਕਸਪੀਰੀਅੰਸ ਸ਼ੇਅਰ ਕਰਦਾ ਤਾਂ ਉਹਦੇ ਨਾਲ ਬੰਦਾ ਫਿਰ ਜ਼ਿੰਦਾ ਹੋ ਜਾਂਦਾ ਵੀ ਨਹੀਂ ਯਾਰ, ਹੈ ਨਾ। ਤੇ ਮਾਲਕ ਜਿਹੜਾ ਰੱਬ ਹੈ ਉਹ ਵੀ ਕਿਸੇ ਨਾ ਕਿਸੇ ਦੇ ਵਿੱਚੋਂ ਦੀ ਹੋ ਕੇ ਕਿਸੇ ਦੀ ਹੈਲਪ ਕਰਦਾ ਹੈ, ਇਨਸਾਨ ਦੀ ਰਾਹੀਂ ਕੰਮ ਕਰਦੇ ਨੇ ਗੁਰੂ ਜੀ। ਸੋ ਸਾਡਾ ਅੱਜ ਸੀਗਾ ਜਿਹੜੀ ਗੱਲਬਾਤ ਅਸੀਂ ਕਰਨੀ ਸੀਗੀ ਉਹ ਸੀਗੀ ਲਵ ਮੈਰਿਜ ਤੇ ਅਰੇਂਜ ਮੈਰਿਜ। ਸੋ ਅਸੀਂ ਕਿਸੇ ਦੇ ਖਿਲਾਫ ਨਹੀਂ ਜਾਂ ਅਰੇਂਜ ਦੇ ਖਿਲਾਫ ਨਹੀਂ ਜਾਂ ਲਵ ਦੇ ਖਿਲਾਫ ਨਹੀਂ, ਪਰ ਉਹਦੇ ਵਿੱਚ ਸਾਡਾ ਪਰਸਨਲ ਐਕਸਪੀਰੀਅੰਸ ਵੀ ਹੋਊਗਾ ਤੇ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਆਲੇ ਦੁਆਲੇ ਜੋ ਸੁਣੀਦਾ ਜੋ ਪੜ੍ਹੀਦਾ ਅੱਖੀਂ ਦੇਖੀਦਾ ਉਹ ਵੀ ਗੱਲਾਂ ਹੋਣਗੀਆਂ। ਸੋ ਇਹ ਵੀ ਹੋ ਸਕਦਾ ਕਿ ਮੰਮਾ ਇਹਦੇ ਵਿੱਚ ਮੇਰੇ ਅਗੇਂਸਟ ਚੱਲ ਜਾਣ ਜਾਂ ਮੈਂ ਉਹਨਾਂ ਦੇ ਅਗੇਂਸਟ ਚੱਲ ਜਾਵਾਂ, ਪਰ ਉਹ ਸਾਡੀ ਆਪਣੀ ਇੱਕ ਵਿਚਾਰਧਾਰਾ ਹੋਏਗੀ। ਸੋ ਸਭ ਤੋਂ ਪਹਿਲਾਂ ਮੰਮਾ ਤੁਹਾਨੂੰ ਦੱਸਣਗੇ ਕਿ ਲਵ ਮੈਰਿਜ ਦੇ ਫਾਇਦੇ ਜਾਂ ਨੁਕਸਾਨ ਤੇ ਅਰੇਂਜ ਮੈਰਿਜ ਦੇ ਫਾਇਦੇ ਜਾਂ ਨੁਕਸਾਨ, ਤੇ ਨਾਲੇ ਸਗੋਂ ਮੈਂ ਆਪ ਵਿਚਾਰ ਸੁਣਨਾ ਚਾਹੁੰਦਾ ਇਹਨਾਂ ਦੇ। ਸੋ ਮੰਮੀ ਦੱਸੋ ਫਿਰ। ਬੇਟਾ ਅਸੀਂ ਕੁਝ ਯੁੱਗ ਦੇ ਪੁਰਾਣੇ ਬੰਦੇ ਹਾਂ। ਉਸ ਟਾਈਮ ਤੇ ਸਾਡੇ ਟਾਈਮ ਤੇ ਜ਼ਿਆਦਾ ਅਰੇਂਜ ਮੈਰਿਜ ਹੀ ਹੁੰਦੀ ਸੀ। ਮਾਂ-ਬਾਪ ਦੇ ਜੋ ਵੀ ਰਿਸ਼ਤਾ ਉਹਨਾਂ ਨੇ ਬਣਾ ਦੇਣਾ ਜਾਂ ਚਾਚੇ ਬਾਬੇ ਦੇ ਸਲਾਹ ਕਰ ਦੇਣੀ ਜਾਂ ਕਿਸੇ ਵੀ ਆਪਣੇ ਖਾਸ ਰਿਸ਼ਤੇਦਾਰ ਨੇ ਦੱਸ ਪਾਣੀ ਤੇ ਕੁੜੀ ਦੀ ਉਸ ਵੇਲੇ ਜ਼ਰੂਰਤ ਬਿਲਕੁਲ ਹੀ ਨਹੀਂ ਸੀ ਹੁੰਦੀ ਕਿ ਮੈਂ ਇੱਥੇ ਰਿਸ਼ਤਾ ਨਹੀਂ ਕਰਾਉਣਾ। ਉਸ ਵੇਲੇ ਲੜਕੀ ਨੂੰ ਵੀ ਨਹੀਂ ਸੀ ਦੇਖਿਆ ਜਾਂਦਾ, ਲੜਕੇ ਨੂੰ ਵੀ ਲੜਕੀ ਨੂੰ ਨਹੀਂ ਸੀ ਵਿਖਾਇਆ ਜਾਂਦਾ ਹੁੰਦਾ। ਬਸ ਉਸ ਰਿਸ਼ਤੇਦਾਰ ਭੂਆ ਫੁੱਫੜ ਜੋ ਵੀ ਮਾਸੀ ਗਏ ਉਹਨਾਂ ਦੀ ਰਾਹੀਂ ਹੁੰਦਾ ਸੀ। ਉਹ ਹੀ ਲੜਕੇ ਨੂੰ ਜੇ ਜਾਣਦੇ ਹੁੰਦੇ ਸੀ ਤੇ ਉਹਨਾਂ ਵਿੱਚੋਂ ਲੜਕੀ ਨੂੰ ਵੀ ਕੋਈ ਜਾਣਦਾ ਹੁੰਦਾ ਸੀ। ਪਰ ਇੰਨਾ ਹੀ ਜ਼ਰੂਰ ਹੁੰਦਾ ਸੀ ਕਿ ਲੜਕੀ ਚਲੋ ਸੋਹਣੀ ਹੋਵੇ ਤੇ ਚਲੋ ਦੋ ਹੀ ਰੰਗ ਨੇ। ਅਸੀਂ ਇਹ ਨਹੀਂ ਕਰਦੇ ਵੀ ਕਾਲਾ ਰੰਗ ਵੀ ਉਹ ਐਦਾਂ ਉਹ ਵੀ ਮਾਲਕ ਦਾ ਦਿੱਤਾ ਹੁੰਦਾ ਹੈ ਤੇ ਜੋ ਗੋਰਾ ਹੁੰਦਾ ਉਹ ਵੀ ਮਾਲਕ ਦਾ ਦੇਣ ਹੁੰਦੀ ਹੈ। ਕਿਸੇ ਦੇ ਵਾਸਤੇ ਗੱਲ ਨਹੀਂ ਹੈਗੀ, ਪਰ ਥੋੜੀ ਜਿਹੀ ਇੱਛਾ ਤੇ ਅਗਲਾ ਰੱਖਦਾ ਹੀ ਹੈ। ਬਾਕੀ ਕੁੜੀ ਨੂੰ ਇਹ ਸਮਝਿਆ ਜਾਣਾ ਕੁੜੀ ਸਿਆਣੀ ਹੈ, ਘਰ ਦਾ ਕੰਮ ਕਰ ਲੈਂਦੀ ਹੈ, ਵਧੀਆ ਹੈ, ਖਾਨਦਾਨੀ ਹੈ ਤੇ ਉਹ ਰਿਸ਼ਤੇ ਤੁਹਾਨੂੰ ਪਤਾ ਹੀ ਹੈ ਫਿਰ ਉਹਦੇ ਧੁਰ ਤੱਕ ਨਿਭਦੇ ਹੁੰਦੇ ਸੀ। ਮੈਂ ਉਹਨਾਂ ਰਿਸ਼ਤਿਆਂ ਦੇ ਵਿੱਚੋਂ ਹੀ ਹਾਂ। ਮੈਂ ਉਸ ਯੁੱਗ ਦੇ ਵਿੱਚੋਂ ਛੋਟੀ ਉਮਰ 'ਚ ਭਾਵੇਂ ਨਿਕਲ ਕੇ ਆਈ ਹਾਂ, ਪਰ ਉਦੋਂ ਬਹੁਤ ਘੱਟ ਸੁਣੀ ਸੀ ਵੀ ਉਹਦਾ ਤਲਾਕ ਹੋ ਗਿਆ, ਪਰ ਅਸੀਂ ਤੇ ਨਹੀਂ ਸੁਣਿਆ। ਮੈਂ ਤੁਹਾਨੂੰ ਉੱਥੇ ਲਿਆਉਣੀ ਆ ਗੱਲ। ਮੈਂ ਇੱਕ ਮਿੰਟ ਮੇਰਾ ਜਿਹੜਾ ਸਵਾਲ ਉਹਨੂੰ ਲੈ ਕੇ ਚੱਲੇ। ਹਾਂਜੀ, ਤੁਹਾਨੂੰ ਕੀ ਲੱਗਦਾ ਆ ਮੈਨੂੰ ਦੱਸ ਲਵ ਮੈਰਿਜ ਕਿ ਅਰੇਂਜ ਮੈਰਿਜ ਜਾਂ ਕਿਸੇ ਦੇ ਖਿਲਾਫ ਨਹੀਂ ਜਾਣਾ, ਦੋਵਾਂ ਦੇ ਫਾਇਦੇ ਨੁਕਸਾਨ ਦੱਸਦੇ। ਉਹ ਮੇਰੇ ਤੇ ਗਲਤ ਮਾਰਾਂ ਜਾ ਰਹੀਆਂ ਜੀ। ਅੱਜ ਜਿਹੜਾ ਯੁੱਗ ਅਸੀਂ ਬਦਲ ਗਿਆ ਜਾਂ ਅਸੀਂ ਵੇਖ ਰਹੇ ਹਾਂ ਉਹਦੇ ਵਿੱਚ ਜੇ ਲਵ ਮੈਰਿਜ ਹੋ ਵੀ ਜਾਂਦੀ ਹੈ ਕੁਛ ਕੁ ਮਾਂ-ਬਾਪ ਦੀ ਸਲਾਹ ਤਾਂ ਜ਼ਰੂਰ ਲੈਣੀ ਚਾਹੀਦੀ ਹੈ, ਹਲਕੀ ਫੁਲਕੀ ਤਾਂ ਲੈਣੀ ਚਾਹੀਦੀ। ਮਾਂ-ਬਾਪ ਨੂੰ ਵਿੱਚ ਪਾਉਣਾ ਚਾਹੀਦਾ ਕਿ ਮੈਨੂੰ ਉਹ ਲੜਕੀ ਪਸੰਦ ਹੈ ਜਾਂ ਮੈਨੂੰ ਲੜਕਾ ਪਸੰਦ ਹੈ ਤੇ ਮੰਮੀ ਡੈਡੀ ਤੁਸੀਂ ਸਾਡੇ ਨਾਲ ਸਹਿਮਤ ਹੋ ਜਾਓ। ਪੂਰੀ ਤਸੱਲੀ ਆਪ ਵੀ ਕਰੋ, ਲੜਕੀ ਦੇ ਘਰ ਵਾਲਿਆਂ ਨਾਲ ਲੜਕਾ ਵੀ ਕਰੇ, ਲੜਕੀ ਦੇ ਘਰ ਵਾਲੇ ਲੜਕੇ ਵਾਲਿਆਂ ਨਾਲ ਵੀ ਕਰਨ, ਪਰ ਮਾਂ-ਬਾਪ ਨੂੰ ਵੀ ਸਹਿਮਤ ਹੋ ਜਾਣਾ ਚਾਹੀਦਾ ਹੈ। ਜੇ ਸਾਰਾ ਕੁਝ ਉਹ ਠੀਕ ਹੈ ਤਾਂ ਕੋਈ ਗੱਲ ਨਹੀਂ, ਯੁੱਗ ਦੇ ਨਾਲ ਚੱਲਣਾ ਚਾਹੀਦਾ ਹੈ। ਪਰ ਜਦੋਂ ਅਸੀਂ ਥੋੜੀ ਜਿਹੀ ਗਲਤੀ ਆਪ ਕਰ ਲੈਂਦੇ ਹਾਂ, ਮਾਂ-ਬਾਪ ਦੀ ਸਲਾਹ ਨਹੀਂ ਲੈਂਦੇ, ਜ਼ਬਰਦਸਤੀ ਕੋਰਟ ਮੈਰਿਜ ਕਰਾ ਲੈ, ਹੋਰ ਕਰਾ ਲੈ, ਉਹ ਫਿਰ ਜਿਹੜੀਆਂ ਗਲਤੀਆਂ ਨੇ ਨਾ ਉਹ ਫਿਰ ਲਾਸਟ ਮਾਂ-ਬਾਪ ਨੂੰ ਭੁਗਤਣੀਆਂ ਪੈਂਦੀਆਂ ਨੇ ਤੇ ਬੱਚਿਆਂ ਨੂੰ ਤਾਂ ਭੁਗਤਣੀਆਂ ਹੀ ਪੈਂਦੀਆਂ ਨੇ। ਕਾਫੀ ਹੱਦ ਤੱਕ ਫਿਰ ਉਹ ਰਿਸ਼ਤੇ ਉਹ ਸਿਰੇ ਨਹੀਂ ਚੜ੍ਹਦੇ, ਉਹ ਟੁੱਟ ਜਾਂਦੇ ਨੇ।
ਤਲਾਕਾਂ ਦੀਆਂ ਫਿਰ ਤਰੀਕਾਂ ਨੇ ਜੀ, ਇਹ ਵੇ ਜੀ ਵੈਰ ਪੈ ਜਾਂਦੇ ਨੇ, ਬੁਰਾ ਹਾਲ ਹੋ ਜਾਂਦਾ ਹੈ। ਮੈਂ ਤੇ ਕਹਿੰਦੀ ਹਾਂ ਜੇ ਤੁਸੀਂ ਲਵ ਮੈਰਿਜ ਵੀ ਕਰਾਉਣੀ ਹੈ ਆਪਣੇ ਮੰਮੀ ਡੈਡੀ ਨੂੰ ਜ਼ਰੂਰ ਰੱਖੋ, ਤੇ ਉਹ ਮੇਰੇ ਵਾਸਤੇ ਤਾਂ ਉਹ ਗੱਲ ਜੋ ਹੈ ਇਹ ਬਹੁਤ ਵਧੀਆ ਹੈ। ਹੁਣ ਮੈਂ ਇਸ ਗੱਲ 'ਚ ਜੋ ਕਿਹਾ ਮੰਮੀ ਨੇ, ਮੈਂ ਉਹਦੇ ਨਾਲ ਪੂਰਾ ਐਗਰੀ ਕਰਦਾ। ਦੇਖੋ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਸਮਾਜ ਤੁਰਿਆ ਸੀਗਾ ਉਸ ਟਾਈਮ ਉਹੋ ਜਿਹਾ ਕਲਚਰ ਸੀ, ਉਹੋ ਜਿਹੀ ਹਵਾ ਪਾਣੀ ਸੀ, ਹਾਂਜੀ ਹਾਂਜੀ, ਉਹੋ ਜਿਹੇ ਲੋਕ ਸੀ, ਉਹੋ ਜਿਹੀ ਰਹਿਣੀਆਂ ਸਹਿਣੀਆਂ ਸੀ, ਉਹੋ ਜਿਹੇ ਵੈਲਿਊ ਸੀ, ਕਲਚਰ ਸੀਗੇ, ਤੇ ਉਹਦੇ ਮੁਤਾਬਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਹੁੰਦਾ ਸੀ। ਕਈ ਵਾਰੀ ਛੋਟੇ ਹੁੰਦੇ ਹੀ ਆਪਣੀ ਗੱਲ ਅੱਗੇ ਵੀ ਹੋਈ ਹੈ, ਜਿਵੇਂ ਤੁਹਾਡਾ ਤੇ ਪਾਪਾ ਦਾ ਹੋਇਆ ਨਾ, ਤੀਜੀ ਚੌਥੀ 'ਚ ਤੁਸੀਂ ਪੜ੍ਹਦੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ, ਤੇ ਰਿਸ਼ਤੇ ਹੋਏ ਤੇ ਵੱਡੇ ਹੋ ਕੇ ਆਣਾ ਵਿਆਹ, ਜ਼ੁਬਾਨਾਂ ਦੇ ਰਿਸ਼ਤੇ ਸੀਗੇ, ਖਾਨਦਾਨੀਆਂ ਦੇਖੀਆਂ ਜਾਂਦੀਆਂ ਸੀ, ਘਰਾਣੇ ਦੇਖੇ ਜਾਂਦੇ ਸੀ, ਇਕੱਲਾ ਪੈਸਾ ਨਹੀਂ ਸੀ ਦੇਖਿਆ ਜਾਂਦਾ। ਬਟ ਸੌਰੀ, ਉਸ ਦੇ ਬਿਲਕੁਲ ਉਲਟ ਅੱਜ ਕੱਲ੍ਹ ਕੀ ਹੁੰਦਾ, ਦੇਖੋ ਅੱਜ ਕੱਲ੍ਹ ਦੀ ਗੱਲ ਕਰਦਾ ਮੈਂ, ਈਵਨ ਸਾਡਾ ਜਿਹੜਾ ਸਮਾਂ ਸੀ, ਅਸੀਂ ਕਾਲਜ ਜਿਹੜੇ ਪਾਸ ਆਊਟ ਕੀਤਾ 2005-6 'ਚ ਕੀਤਾ ਹੈ, ਤੇ ਜਿਹੜੀ ਯੂਨੀਵਰਸਿਟੀ 2008 ਜਾਂ 10 'ਚ ਅਸੀਂ ਕੰਪਲੀਟ ਕਰ ਗਏ ਸੀ। ਤੇ ਜਦੋਂ 2005-4 ਦੀ ਮੈਂ ਗੱਲ ਕਰਦਾ ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਦੌਰ ਦੀ ਮੈਂ ਗੱਲ ਕਰਦਾ, ਕਿ ਉਦੋਂ ਜੇ ਕੋਈ ਲਵ 'ਚ ਪੈਂਦਾ ਵੀ ਹੁੰਦਾ ਸੀ ਤਾਂ ਉਹ ਜਿਹੜੀਆਂ ਜੋੜੀਆਂ ਬਣਦੀਆਂ ਸੀ, ਅਰੇਂਜ ਮੈਰਿਜ ਵਾਂਗੂ ਵਿਆਹ ਹੁੰਦੇ ਸੀ, ਪੇਰੈਂਟਸ ਦੀ ਹੀ ਵਿੱਚ ਇਨਵੋਲਵਮੈਂਟ ਹੁੰਦੀ ਸੀ, ਤੇ ਉਹ ਘਰ ਉਹ ਵਿਆਹ ਨਿਭਦੇ ਸੀ। ਜ਼ਿਆਦਾ ਜਿਹੜਾ ਬੇੜਾ ਗਰਕ ਹੋਇਆ ਨਾ, ਉਹ ਬੇੜਾ ਗਰਕ ਹੋਇਆ ਆ 2 ਜਾਂ 3 ਉਹਦੇ ਵਿੱਚ ਮੇਨ ਕਾਰਨ ਨੇ ਜਿਨ੍ਹਾਂ ਕਰਕੇ ਬੇੜਾ ਗਰਕ ਹੋਇਆ ਹੈ। ਬਹੁਤ ਛੋਟਾ ਥੋੜਾ ਟਾਈਮ ਆ, ਪਰ ਗੱਲਾਂ ਸਾਰੀਆਂ ਆਪਾਂ ਕਰਨੀਆਂ ਅੱਜ। ਇੱਕ ਤਾਂ 2010 ਤੋਂ ਬਾਅਦ ਜਿਹੜਾ ਇੱਕਦਮ ਸਡਨ ਚੇਂਜ ਆਇਆ, ਚਾਹੇ ਉਹ ਡਿਜੀਟਲ ਮੀਡੀਆ ਆ, ਚਾਹੇ ਉਹ ਕਿਸੇ ਵੀ ਤਰੀਕੇ ਦਾ ਲਾ ਲਓ, ਕਿ ਜਦੋਂ ਦਾ ਗਲੋਬਲਾਈਜੇਸ਼ਨ ਹੋਈ ਹੈ, ਡਿਜੀਟਲ ਮੀਡੀਆ, ਫੋਨ, ਸਾਰਾ ਕੁਝ ਆ ਗਏ। 2010 ਤੋਂ ਬਾਅਦ ਤਾਂ ਅੱਗ ਹੀ ਲੱਗ ਗਈ ਸੀ, ਹਰ ਇੱਕ ਦੇ ਹੱਥ 'ਚ ਫੋਨ ਸੀ। 2004, 5, 6 'ਚ ਹਜੇ ਇੰਨਾ ਰੁਝਾਨ ਨਹੀਂ ਸੀ, ਘਰਾਂ ਦੇ ਘਰ 3310 ਹੁੰਦਾ ਸੀ, ਜਾਂ ਬੈਸਟ ਮੋਬਾਈਲ ਹੁੰਦਾ ਸੀ 6600 ਨੋਕੀਆ ਦਾ, ਹੈ ਨਾ, ਇਹੋ ਜਿਹੇ ਫੋਨ ਹੁੰਦੇ ਸੀ। ਲੇਕਿਨ ਉਸ ਤੋਂ ਬਾਅਦ ਜਦੋਂ ਐਜ਼ ਦਾ ਆਈਫੋਨ ਆ ਗਿਆ, 4 ਆ ਗਏ, ਇਹ ਉਹ, ਫਿਰ ਹਰੇਕ ਬੰਦੇ ਦਾ ਕਰੇਜ਼ ਵਧਿਆ, ਲੋਕਾਂ 'ਚ ਘਰੇ ਆਮ ਫੋਨ ਆਉਣ ਲੱਗ ਗਏ। ਫਿਰ ਕੀ ਹੋਇਆ ਜੀ, ਘਰਾਂ ਦੇ ਵਿੱਚ ਗੱਲਾਂ ਮਾਵਾਂ ਦੀਆਂ ਧੀਆਂ ਨਾਲ, ਧੀਆਂ ਦੀਆਂ ਮਾਵਾਂ ਨਾਲ, ਧੀਆਂ ਦੀਆਂ ਆਪਣੇ ਭੈਣਾਂ ਨਾਲ, ਭੈਣਾਂ ਦੀਆਂ ਅੱਗੇ। ਉਹ ਗੱਲਬਾਤ ਕੀ ਹੁੰਦੀ ਸੀਗੀ, ਜਾਂ ਜੋ ਇਹ ਮੈਨੂੰ ਦੇ ਗੱਲਬਾਤ ਹੁੰਦੀ ਕੀ ਹੈ, ਤੇ ਇੱਕ ਉਹ ਭੈਣ ਪੁੱਛਦੀ ਹੈ ਦੂਸਰੀ ਨੂੰ, ਇੱਕ ਨਾ ਹਾਸੇ ਵਾਲੀ ਗੱਲ ਹੈ ਬਟ ਐਗਜ਼ਾਮਪਲ ਵੀ ਹੈ, ਕਿ ਜਾਂ ਮਾਂ ਪੁੱਛਦੀ ਹੈ ਆਪਣੀ ਕੁੜੀ ਨੂੰ, ਬੇਟਾ ਫਿਰ ਤੂੰ ਅੱਜ ਕੀ ਕੀਤਾ, ਜਾਂ ਕਿਵੇਂ, ਤੂੰ ਬੜੀ, ਤੈਨੂੰ ਸਾਹ ਚੜਾਇਆ, ਤੂੰ ਠੀਕ ਹੈ? ਬਸ ਮੰਮੀ ਅੱਜ ਮੈਂ ਨਾ ਉਹ ਆ ਗਏ ਸੀ, ਤੇ ਮੈਂ ਨਾ ਬਸ ਪਰੌਂਠੇ ਲਾ ਲਏ ਨੇ 10-15। ਹੈ ਕਿੰਨੇ ਤੂੰ ਪਰੌਂਠੇ ਲਾਏ ਨੇ? 10-15 ਇੰਨੇ ਪਰੌਂਠੇ ਲਾ ਲਏ। ਸੋ ਇੱਕ ਹਾਸੇ ਵਾਲੀ ਗੱਲ, ਮਤਲਬ ਇੰਨੇ ਪਰੌਂਠੇ, ਇੰਨਾ ਕੰਮ, ਯਾਨੀ ਇੰਨੇ ਕੁ ਕੰਮ ਨੂੰ ਇੰਨਾ ਕੰਮ ਬਣਾ ਕੇ। ਤੇ ਜਦੋਂ ਇਹੋ ਜਿਹੀ ਆਪਾਂ ਮੈਸੇਜ ਕਰਾਂਗੇ ਤੂੰ ਇੰਨਾ ਕੰਮ ਕਰ ਲਿਆ ਜਾਂ ਇਸ ਤਰੀਕੇ ਦਾ ਕਰ ਲਿਆ, ਫਿਰ ਨੈਚੁਰਲੀ ਤੁਸੀਂ ਧੀ ਦੇ ਪੈਰ ਕੱਚੇ ਕਰ ਲਿਆ, ਹੈ ਨਾ। ਨਿੱਕੀ ਨਿੱਕੀ ਗੱਲ ਘਰਾਂ ਦੇ ਵਿੱਚ 100 ਰੋਜ਼ ਗੱਲਾਂ ਹੁੰਦੀਆਂ ਸੀ ਪਹਿਲੇ ਤੁਹਾਡੇ ਟਾਈਮ 'ਚ, ਤੇ 100 ਉੱਥੇ ਹੋ ਕੇ ਖਤਮ ਹੋ ਜਾਂਦੀਆਂ ਸੀ, ਹੈ ਨਾ। ਜਿਸ ਖੁੱਡ ਜੰਮੀ ਉਸ ਖੁੱਡ ਬੋਈ। ਤੇ ਉਹ ਲੇਕਿਨ ਜਦੋਂ ਸਮਾਂ ਨਿਕਲਦਾ ਆ, ਇਹਦੇ ਵਿੱਚ ਕੀ ਹੈ ਕਿ ਅੱਜ ਕੋਈ ਗੱਲ ਹੋਈ, ਨਾਲ ਦੀ ਨਾਲ ਫੋਨ ਠੋਕ ਗਏ, ਸਡਨ ਡਾਇਰੈਕਸ਼ਨ ਉਧਰੋਂ ਆ ਗਿਆ, ਸਿੱਧੇ ਪੇਚੇ ਆ ਗਏ। ਉਹਨੂੰ ਸਮਾਂ ਹੀ ਨਹੀਂ ਮਿਲਦਾ ਕਿ ਉਹ ਜ਼ਖਮ, ਉਹ ਦਰਾਰ ਆਪਣੇ ਆਪ, ਜਿਵੇਂ ਪਰਮਾਤਮਾ, ਜਿਵੇਂ ਕੋਈ ਸਰੀਰ ਤੇ ਜ਼ਖਮ ਹੋ ਜਾਂਦਾ ਤੇ ਆਟੋਮੈਟਿਕਲੀ ਉਹ ਭਰ ਜਾਂਦਾ ਆ, ਉਹਨੂੰ ਭਰਨ ਦਾ ਸਮਾਂ ਹੀ ਨਹੀਂ ਮਿਲਦਾ। ਸੋ ਇਹ ਟੈਕਨੀਕਲੀ ਜਿਹੜਾ ਮੈਨੂੰ ਸਭ ਤੋਂ ਵੱਡਾ ਡਰਾਬੈਕ ਲੱਗਿਆ ਸਾਡਾ ਫੋਨਸ ਦਾ। ਦੂਸਰਾ ਬੇੜਾ ਗਰਕ ਕੀਤਾ ਆ, ਲਵ ਮੈਰਿਜਸ ਦੇ ਮੈਂ ਖਿਲਾਫ ਨਹੀਂ ਹੈਗਾ। ਲਵ ਮੈਰਿਜਸ ਸਾਡੇ ਫਿਲਮਾਂ ਜਿਹੜੀਆਂ ਨੇ, ਸਿਨੇਮਾ ਦਾ ਪ੍ਰਭਾਵ ਸ਼ੁਰੂ ਤੋਂ ਰਿਹਾ 1900 ਜੋ ਦੇ ਸਟਾਰਟ ਹੋਇਆ, ਉਸ ਤੋਂ ਬਾਅਦ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਸ ਬਿਜ਼ਨਸ ਨੂੰ ਜਾਂ ਜਿਸ ਇੰਡਸਟਰੀ ਨੂੰ ਪਿਆਰ ਕੀਤਾ ਗਿਆ, ਉਹ ਬਾਲੀਵੁੱਡ ਇੰਡਸਟਰੀ ਹੀ ਹੈ। ਮੂਵੀਆਂ ਹੀ ਨੇ ਜਿੱਥੋਂ ਲੋਕ ਐਂਟਰਟੇਨ ਹੁੰਦੇ ਸੀ, ਪਰ ਉਹ ਫਿਰ ਵੀ ਕੁਛ ਨਾ ਕੁਛ ਉਹਦੇ ਵਿੱਚ ਪਿਆਰ ਨੂੰ ਐਡੀ ਵੱਡਾ ਰੂਪ, ਐਡਾ ਵੱਡਾ ਦਰਜਾ ਦਿੱਤਾ ਗਿਆ ਸੀ। ਲੇਕਿਨ ਪਿਆਰ ਦੇ ਮਾਇਨੇ ਬਦਲਦੇ ਗਏ। ਉਸ ਤੋਂ ਬਾਅਦ ਹੁਣ ਜਿਹੜੇ ਲੋਕ ਇੱਕ ਆਮ ਫੈਮਿਲੀ 'ਚ ਉੱਠ ਕੇ ਬਾਹਰ ਚਲੇ ਗਏ, ਬਾਹਰ ਜਾ ਕੇ ਹਾਈਪ ਮਿਲ ਗਈ, ਠੀਕ ਹੈ, ਜ਼ਿੰਦਗੀ ਦੇ ਵਿੱਚ ਉਹ ਆਮ ਚੀਜ਼ਾਂ ਜਿਹੜੀਆਂ ਸੀਗੀਆਂ, ਉਹ ਮਤਲਬ ਖਾਸ ਚੀਜ਼ਾਂ ਆਮ ਮਿਲ ਗਈਆਂ ਉਹਨਾਂ ਨੂੰ। ਉਹ ਚੀਜ਼ਾਂ ਨੇ ਬੰਦਿਆਂ ਦੇ ਕਰਤੇ ਦਿਮਾਗ ਖਰਾਬ ਹੈ। ਉਹ ਦਿਮਾਗ ਖਰਾਬ ਐਸੇ ਹੋਏ ਕਿ ਲੋਕਾਂ ਨੂੰ ਇੱਦਾਂ ਲੱਗਦਾ ਕਿ ਜਦੋਂ ਤੱਕ ਕੋਈ ਬੰਦੇ ਨੂੰ ਉਹਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ,
ਜਾਂ ਮਹਿੰਗੇ ਗਿਫਟ ਐਕਸਚੇਂਜ ਕਰਨਾ ਇੱਕ ਦੂਜੇ ਨਾਲ, ਜਾਂ ਇੱਕ ਦੂਜੇ ਦੀਆਂ ਤੇ ਹਾਂ 'ਚ ਹਾਂ ਮਿਲਾਣੀ ਹੀ, ਭਾਵੇਂ ਉਹ ਠੀਕ ਹੈ ਭਾਵੇਂ ਜਾਂ ਉਹ ਗਲਤ ਹੈ, ਪਰ ਉੱਥੇ ਮਿਲਾਣੀ ਹੀ ਪਊਗੀ। ਔਰ ਜਿੰਨਾ ਤੱਕ ਲੋੜਾਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਉਦੋਂ ਤੱਕ ਉਹ ਪਿਆਰ ਹੈ। ਜਿੱਥੇ ਥੋੜੀ ਬਾਤੀ ਤੰਗੀ ਪਰੇਸ਼ਾਨੀ ਆ ਗਈ, ਜਿੱਥੇ ਥੋੜਾ ਬਾਤਾ ਪ੍ਰਮਾਤਮਾ ਦੇਖੋ ਕੋਈ ਜਦੋਂ ਵੀ ਤੁਹਾਨੂੰ ਕੋਈ ਚੀਜ਼ ਬਖਸ਼ਦਾ ਆ ਤਾਂ ਇਮਤਿਹਾਨ ਤਾਂ ਲੈਂਦਾ, ਔਰ ਜ਼ਿੰਦਗੀ ਸਭ ਤੋਂ ਜ਼ਿਆਦਾ ਵੱਡਾ ਇਮਤਿਹਾਨ ਲੈਂਦੀ ਹੈ। ਪਰ ਜਦੋਂ ਥੋੜਾ ਜਿਹਾ ਇਮਤਿਹਾਨ ਦੀ ਵਾਰੀ ਆਉਂਦੀ ਹੈ ਤੁਹਾਡੀ ਲਾਈਫ ਦੇ ਵਿੱਚ ਚੱਲਦੇ ਉੱਥੇ ਹਰ ਬੰਦਾ ਅੱਜ ਕੱਲ੍ਹ ਫੇਲ ਹੋ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ। ਉਹ ਸਿਰਫ ਨਾਲੇ ਉਹ ਘੜੀਆਂ ਕੋਈ ਜ਼ਿਆਦਾ ਲੰਬੀਆਂ ਵੀ ਨਹੀਂ ਹੁੰਦੀਆਂ, ਜੇ ਤੁਸੀਂ ਚਾਹੋ ਉਹਨਾਂ ਖਰਚਾਂ ਨੂੰ ਉਹਨਾਂ ਖੱਡਾਂ ਨੂੰ ਤੁਸੀਂ ਭਰ ਸਕਦੇ ਹੋ, ਪਰ ਆਪਾਂ ਭਰਦੇ ਨਹੀਂ। ਉੱਥੇ ਕੀ ਕਰਦੇ ਆ, ਉੱਥੇ ਇੱਕ ਈਗੋ ਫਸ ਜਾਂਦੀ ਹੈ। ਈਗੋ ਕਿਹਨਾਂ ਦੀ? ਉਹ ਆਪਣੀ ਬਣਾਈ ਈਗੋ ਇਕੱਲੀ ਨਹੀਂ ਹੁੰਦੀ, ਉਹ ਪੇਰੈਂਟਸ ਦੀ ਈਗੋ ਵੀ ਹੋ ਸਕਦੀ ਹੈ, ਉਹ ਭੈਣਾਂ ਭਰਾਵਾਂ ਦੀ ਈਗੋ ਵੀ ਹੋ ਸਕਦੀ ਹੈ। ਉਹ ਕਿਸੇ ਵੀ ਤਰੀਕੇ ਦੀ ਈਗੋ ਜਦੋਂ ਫਸ ਜਾਂਦੀ ਹੈ ਕਿਸੇ ਵੀ, ਫਿਰ ਉਹ ਸਾਹਮਣੇ ਰੱਬ ਵੀ ਆ ਜਾਏ ਨਾ ਤੇ ਉਹ ਜੇ ਕਵੇ ਵੀ ਮੈਂ ਦੇ ਰਹਾ ਤੇ ਬੰਦਾ ਕਹਿੰਦਾ ਤੂੰ ਮੇਰਾ ਨਹੀਂ। ਸੋ ਇਹਦੇ ਪਿੱਛੇ ਇਕੱਲਾ ਇੱਕ ਇਨਸਾਨ ਦਾ ਰੋਲ ਨਹੀਂ ਹੈ, ਸਮਾਜ ਦਾ ਰੋਲ, ਜੋ ਆਲੇ ਦੁਆਲੇ ਵੱਡੀਆਂ ਗੱਡੀਆਂ ਵੱਡੀਆਂ ਕਾਰਾਂ ਵੱਡੇ ਸੁਪਨੇ, ਉਹਦਾ ਰੋਲ, ਬੰਦੇ ਨੂੰ ਇੱਕ ਮਸ਼ੀਨ ਸਮਝਣਾ ਕਿ ਜਦ ਤੱਕ ਇਹ ਕੰਮ ਕਰ ਰਿਹਾ ਠੀਕ ਹੈ, ਨਹੀਂ ਕਰ ਰਿਹਾ ਤਾਂ ਕੋਈ ਨਹੀਂ, ਠੀਕ ਹੈ। ਰਿਸ਼ਤਿਆਂ ਨੂੰ ਸਿਰਫ ਔਰ ਸਿਰਫ ਇਸ ਤਰੀਕੇ ਨਾਲ ਦੇਖਣਾ ਕਿ ਬੰਦੇ ਦੇ ਵਿੱਚ ਮਟੀਰੀਅਲਿਸਟਿਕ ਚੀਜ਼ਾਂ ਕੀ ਨੇ, ਬੰਦੇ ਦੀ ਗੁਣਾਂ ਨੂੰ ਸਾਈਡ ਤੇ ਰੱਖ ਕੇ, ਖਾਨਦਾਨੀਆਂ ਨੂੰ ਸਾਈਡ ਤੇ ਰੱਖ ਕੇ, ਸਿਰਫ ਔਰ ਸਿਰਫ ਜੇ ਤੁਸੀਂ ਇਕੱਲੇ ਪੈਸੇ ਨੂੰ ਤਵੱਜੋ ਦਿਓਗੇ ਤਾਂ ਉਹ ਪੈਸਾ ਨਹੀਂ ਮੈਨੇ ਰੱਖਦਾ। ਜੇ ਤੁਸੀਂ ਇਹ ਚੀਜ਼ਾਂ ਦੇਖਣੀਆਂ ਹੋਣ ਫਿਰ ਤੁਸੀਂ ਅਰੇਂਜ ਮੈਰਿਜਸ ਦੇ ਵਿੱਚ ਜਾਓ, ਸਟਾਰਟਿੰਗ 'ਚ ਜਾਓ, ਕਿਉਂਕਿ ਹੁਣ ਬੰਦਾ ਕੋਈ ਟ੍ਰੇਨ ਰੇਲ ਗੱਡੀ ਤਾਂ ਹੈ ਨਹੀਂ, ਬੰਦਾ ਤੁਰਿਆ ਬਿਮਾਰ ਵੀ ਪੈ ਸਕਦਾ ਹੈ, 100 ਪ੍ਰੋਬਲਮਾਂ ਵੀ, ਲੋਕਾਂ ਦੇ ਡੈਥਾਂ ਵੀ ਹੋ ਜਾਂਦੀਆਂ। ਸੋ ਜਦੋਂ ਆਪਾਂ ਇੱਕ ਸੁਪਨਾ ਇਕੱਠੇ ਲੈ ਕੇ ਚੱਲਦੇ ਹਾਂ ਤਾਂ ਉਹਨੂੰ ਪੂਰਵੀ ਆਪਾਂ ਇਕੱਠਿਆਂ ਨੇ ਚਾੜਨਾ ਹੁੰਦਾ, ਉਹਨੂੰ ਥਾਂ ਤੇ ਵੀ ਆਪਾਂ ਇਕੱਠਿਆਂ ਨੇ ਲਾਉਣਾ ਹੁੰਦਾ। ਪਰ ਜਦੋਂ ਆਪਾਂ ਇੱਕ ਚੱਕਾ ਥੋੜਾ ਜਿਹਾ ਵੀਕ ਹੁੰਦਾ ਤੇ ਆਪਾਂ ਦੂਸਰਾ ਸਹੀ ਚੱਲ ਰਿਹਾ ਹੁੰਦਾ ਤੇ ਆਪਾਂ ਉਹਦੇ ਫਾਇਦੇ ਲੈ ਕੇ ਉਹਨੂੰ ਨੁਕਸਾਨ ਦੇਣਾ ਜਾਂ ਬਲੈਕਮੇਲਿੰਗਸ ਕਰਨੀਆਂ ਜਾਂ ਦੇਖਣਾ ਢਲਦਾ ਪਰਛਾਵਾਂ ਹੋ ਜਾਣਾ, ਹੈਨਾ। ਇਸ ਤਰੀਕੇ ਦੀਆਂ ਜਦੋਂ ਚੀਜ਼ਾਂ ਹੁੰਦੀਆਂ ਉਹ ਪਿਆਰ ਨਹੀਂ ਹੁੰਦਾ, ਉਹ ਬਿਜ਼ਨਸ ਹੁੰਦੇ ਨੇ, ਉਹ ਚਲਾਕੀਆਂ ਹੁੰਦੀਆਂ। ਪਿਆਰ ਜਿਹੜਾ ਜ਼ਿੰਦਗੀ 'ਚ ਹੁੰਦਾ ਆ, ਵਿਆਹ ਜਿਹੜਾ ਜ਼ਿੰਦਗੀ 'ਚ ਹੁੰਦਾ ਹੈ ਜਦੋਂ ਕਿਸੇ ਨਾਲ ਹੁੰਦਾ ਹੈ, ਮੈਂ ਇਹ ਨਹੀਂ ਕਹਿੰਦਾ ਕਿ ਦੁਬਾਰਾ ਨਹੀਂ ਹੁੰਦਾ, ਬਿਲਕੁਲ ਹੁੰਦਾ ਆ। ਪਰਮਾਤਮਾ ਚਾਹੇ ਤਾਂ ਸਾਰਾ ਕੁਝ ਹੋ ਸਕਦਾ, ਚੌਥੇ ਸਟੇਜ ਦੇ ਕੈਂਸਰ ਪਰਮਾਤਮਾ ਖਤਮ ਕਰ ਸਕਦਾ, ਇਹ ਕੀ ਚੀਜ਼ ਹੈ। ਪਰ ਮੈਂ ਇੱਕ ਨਾਰਮਲ ਗੱਲ ਕਰਦਾ ਹਾਂ ਕਿ ਜਿਹੜਾ ਪਿਆਰ ਹੁੰਦਾ ਹੈ, ਜਿਹੜਾ ਹੋਣਾ ਚਾਹੀਦਾ, ਉਹ ਇੱਕ ਵਾਰ ਹੁੰਦਾ ਹੈ ਲਾਈਫ ਦੇ ਵਿੱਚ, ਤੇ ਵਿਆਹ ਵੀ ਇੱਕੋ ਵਾਰੀ ਹੋਣਾ ਚਾਹੀਦਾ। ਪਰ ਜਦੋਂ ਤੁਸੀਂ ਬਿਨਾਂ ਕਿਸੇ ਗਲਤੀ, ਬਿਨਾਂ ਕਿਸੇ ਕਸੂਰ ਤੋਂ ਤੁਸੀਂ ਨੈਕਸਟ ਸਟੈਪ ਲੈ ਕੇ ਔਰ ਤੁਸੀਂ ਦੁਬਾਰਾ ਸੋਚਦੇ ਹੋ ਕਿ ਮੈਂ ਜ਼ਿੰਦਗੀ ਦੇ ਵਿੱਚ ਪਿਆਰ, ਉਹ ਪਿਆਰ ਨਹੀਂ, ਉਹ ਸੌਦੇਬਾਜ਼ੀ ਹੁੰਦੀ ਹੈ। ਬਟ ਹਾਂ, ਪਰਮਾਤਮਾ ਸੁਣਦਾ ਵੀ ਹੈ ਐਟ ਦਾ ਸੇਮ ਟਾਈਮ। ਜੇ ਕਦੀ ਇਹ ਵੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਪਾਰਟਨਰ ਹੈ ਜਾਂ ਤੁਸੀਂ ਪਹਿਲਾਂ ਕਿਤੇ ਚੱਲ ਰਹੇ ਹੋ, ਉਹ ਤੁਹਾਨੂੰ ਨਹੀਂ, ਤੁਹਾਡੀ ਉਹਦੇ ਨਾਲ ਕੰਪੈਟੇਬਿਲਿਟੀ ਨਹੀਂ ਬਣ ਰਹੀ, ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਜਾਂ ਲਾਈਫ ਨੂੰ ਦੇਖਦੇ ਹੋ, ਉਹ ਉਸ ਤਰੀਕੇ ਨਾਲ ਲਾਈਫ ਨੂੰ ਨਹੀਂ ਦੇਖਦਾ। ਕਈ ਵਾਰੀ ਦੂਸਰਾ ਪਾਰਟਨਰ ਤੁਹਾਡੇ ਇੰਨੇ ਮਤਲਬ ਤੁਹਾਡੇ ਵਿਚਾਰਾਂ ਵਰਗਾ ਆ ਜਾਂਦਾ ਆ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕੋਈ ਪੁਰਾਣਾ ਬੰਦਾ ਚਲਾ ਗਿਆ ਤੇ ਕਦੋਂ ਕੋਈ ਨਵਾਂ ਆ ਗਿਆ। ਲਾਈਫ ਉੱਥੋਂ ਹੀ ਪਰਮਾਤਮਾ ਸਟਾਰਟ ਵੀ ਕਰ ਦਿੰਦਾ ਆ। ਪਰ ਇੱਥੇ ਗੱਲ ਇੱਕ ਜਾਂ ਕਿਸੇ ਸਿੰਗਲ ਕੇਸ ਦੀ ਜਾਂ ਕਿਸੇ ਇਕੱਲੇ ਗਹਿਰੀ ਦੀ ਨਹੀਂ ਹੋ ਰਹੀ, ਇੱਥੇ ਸਮਾਜਿਕ ਤੌਰ ਤੇ ਸਾਰਿਆਂ ਦੀ ਗੱਲ ਹੋ ਰਹੀ ਹੈ ਕਿ ਐਵਰੇਜ ਗੱਲ ਕਰਾਂਗੇ, ਇੱਕ ਐਵਰੇਜ ਰੂਲ ਕੀ ਰਹਿਣਾ ਚਾਹੀਦਾ ਇੱਕ ਬੰਦੇ ਦਾ। ਸੋ ਰਹੀ ਗੱਲ ਅਰੇਂਜ ਮੈਰਿਜ ਤੇ ਅਰੇਂਜ ਮੈਰਿਜਸ ਦੀ, ਅਰੇਂਜ ਮੈਰਿਜ ਇਜ਼ ਫਾਰ ਬੈਟਰ ਮੈਰਿਜ ਅਕੋਰਡਿੰਗ ਟੂ ਮੀ। ਅਰੇਂਜ ਮੈਰਿਜ ਦੇ ਵਿੱਚ ਕੀ ਹੁੰਦਾ ਆ ਕਿ ਪਰਿਵਾਰ ਵੇਖੇ ਜਾਂਦੇ ਨੇ, ਸਾਰੀ ਕੈਲਕੂਲੇਸ਼ਨਸ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਉਸ ਚੀਜ਼ ਦੇ ਰਿਸ਼ਤੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਜੋੜਿਆ ਜਾਂਦਾ ਆ ਤੇ ਉਹਦੇ ਵਿੱਚ ਵਿਚੋਲੇ ਵੀ ਹੁੰਦੇ ਨੇ, ਸਾਰਾ ਕੁਝ ਹੁੰਦਾ ਆ। ਪਰ ਇਹ ਨਹੀਂ ਆਪਾਂ ਕਹਿੰਦੇ ਕਿ ਉਹ ਫੇਲ ਨਹੀਂ ਹੁੰਦੀਆਂ, ਉਹ ਵੀ ਫੇਲ ਹੁੰਦੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਉਹਦੀ ਗ੍ਰੇਸ ਅੱਜ ਵੀ ਬਣੀ ਹੋਈ ਹੈ। ਬਟ ਜੇ ਤੁਸੀਂ ਲਵ ਮੈਰਿਜ ਦੀ ਗੱਲ ਕਰੋਗੇ, ਲਵ ਮੈਰਿਜ ਨੂੰ ਵੀ ਅਰੇਂਜ ਮੈਰਿਜ ਨੂੰ ਚੱਲਣਾ ਚਾਹੀਦਾ ਹੈ ਕਿ ਤੁਸੀਂ ਲਵ ਕਰੋ, ਜ਼ਰੂਰ ਕਰੋ, ਉਹ ਵੀ ਜ਼ਰੂਰੀ ਹੈ ਕਿ ਤੁਸੀਂ ਜਿਹਨਾਂ ਜ਼ਿੰਦਗੀ ਕੱਟਣੀ ਹੈ ਤੁਹਾਨੂੰ ਪਤਾ ਹੋਵੇ। ਬਟ ਉਸ ਤੋਂ ਬਾਅਦ ਤੁਹਾਡੀ ਪੇਰੈਂਟਸ ਦੀ ਕੰਸੈਂਟ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਤੁਸੀਂ ਕੀ ਕਿਸੇ ਨੂੰ ਦੇਖ ਲਓਗੇ, ਤੁਸੀਂ 20 ਸਾਲ ਤੁਹਾਡੀ ਉਮਰ ਹੋਊਗੀ, 25 ਸਾਲ ਹੋਊਗੀ, 30 ਸਾਲ ਹੋਊਗੀ, ਤੁਹਾਨੂੰ ਜ਼ਿੰਦਗੀ ਦਾ ਕੀ ਤਜਰਬਾ ਆ। ਜਿਸ ਬੰਦੇ ਨੇ ਸਾਰੀ ਉਮਰ ਕੱਟੀ ਹੁੰਦੀ ਹੈ, ਉਹ ਉਮਰ ਨਹੀਂ ਕੱਟੀ ਹੁੰਦੀ ਜਨਾਬ, ਉਹ ਉਹਨਾਂ ਤਜਰਬਾ ਕੱਟਿਆ ਹੁੰਦਾ।
ਸੋ ਉਸ ਤਜਰਬੇ ਦੇ ਬੇਸ ਤੇ ਜੇਕਰ ਬੰਦਾ ਕਹਿੰਦਾ ਹੈ ਕਿ ਨਹੀਂ ਤੁਹਾਨੂੰ ਇਹ ਚੀਜ਼ ਚਾਹੀਦੀ ਹੈ ਤਾਂ ਆਪਾਂ ਨੂੰ ਸੁਣ ਲੈਣੀ ਚਾਹੀਦੀ ਹੈ। ਉਸ ਟਾਈਮ ਠੀਕ ਹੈ ਆਪਾਂ ਮੰਨਦੇ ਨਹੀਂ, ਆਪਾਂ ਨੂੰ ਨਹੀਂ ਪਤਾ ਹੁੰਦਾ ਉਹਦੇ ਆਊਟਕਮਸ ਕੀ ਹੋਣਗੇ, ਪਰ ਫਿਰ ਵੀ ਵਿਆਹ ਜ਼ਿੰਦਗੀ 'ਚ ਇੱਕ ਵਾਰੀ ਹੋਣਾ ਹੁੰਦਾ ਆ, ਤੇ ਉਸ ਕਰਕੇ ਤੁਹਾਡੇ ਮਾਂ-ਬਾਪ ਦੀ ਰਜ਼ਾਮੰਦਗੀ ਜੇ ਉਸ 'ਚ ਨਹੀਂ, ਉਸ 'ਚ ਖੁਸ਼ੀ ਨਹੀਂ, ਤਾਂ ਮੈਨੂੰ ਲੱਗਦਾ ਉਹ ਫਿਰ ਵਿਆਹ ਨਹੀਂ ਹੈਗਾ। ਉਹ ਤਾਂ ਹਾਂ ਉਹਦਾ ਨਾਮ ਕੁਝ ਹੋਰ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਜਿਹੜਾ ਕਿ ਆਪਾਂ ਨਹੀਂ ਲੈਣਾ। ਸੋ ਮੇਰੇ ਹਿਸਾਬ ਨਾਲ ਮੇਰੇ ਤਾਂ ਇਹ ਵਿਚਾਰਧਾਰਾ। ਬਾਕੀ ਠੀਕ ਹੈ, ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਹੈ ਕਿ ਬੜੇ ਨਵੇਂ ਟ੍ਰੈਂਡ ਆ ਗਏ ਨੇ। ਹੁਣ ਲਿਵ ਇਨ ਰਿਲੇਸ਼ਨਸ਼ਿਪ ਆ ਗਿਆ ਕਿ ਵਿਆਹ ਤੋਂ ਪਹਿਲਾਂ ਹੀ ਆਪਾਂ ਇੱਕ ਦੂਸਰੇ ਨਾਲ ਲੋਕ ਰਹਿੰਦੇ ਨੇ। ਵਿਚਾਰ ਇਹ ਨਹੀਂ, ਪਰ ਉਹ ਗਲਤ ਹੈ। ਇਹ ਕੋਈ ਸਹੀ ਵਿਧੀ ਨਹੀਂ ਹੈਗੀ। ਆਪਾਂ ਜਿਹੜਾ ਇੰਡੀਅਨ ਆਪਣਾ ਜਾਂ ਅਸੀਂ ਇੰਡੀਆ ਵਾਲੇ ਆ, ਸਾਡਾ ਪੀਰਾਂ ਫਕੀਰਾਂ ਦਾ, ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ। ਵੀ ਨਹੀਂ ਮੰਨਦੇ ਸਾਡੇ ਗੁਰੂ ਸੰਤ ਮਹਾਤਮਾ ਜਿੰਨੇ ਵੀ ਸਾਡੇ, ਉਹ ਵੀ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ। ਬਿਲਕੁਲ, ਔਰ ਸਾਡੇ ਮਹਾਰਾਜ ਨੇ ਵੀ ਸਾਨੂੰ ਇਹੀ ਸਿਖਾਇਆ। ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ। ਤੇ ਪਲੱਸ ਇਹ ਇੱਕ ਯੂਨੀਵਰਸਲ ਟਰੁੱਥ ਹੈ ਕਿ ਸਾਡਾ ਜਿਹੜਾ ਇੰਡੀਆ ਆ ਉਹ ਰਿਸ਼ੀਆਂ ਮੁਨੀਆਂ ਦਾ, ਪੀਰਾਂ ਫਕੀਰਾਂ ਦਾ ਦੇਸ਼ ਹੈ, ਧਾਰਮਿਕ ਦੇਸ਼ ਹੈ। ਸੋ ਇੱਥੇ ਤਾਂ ਬਿਲਕੁਲ ਵੀ ਐਸੀ ਚੀਜ਼ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਅੱਛਾ, ਜੇ ਆਪਾਂ ਦੁਨਿਆਵੀ ਤੌਰ 'ਤੇ ਗੱਲ ਕਰੀਏ, ਜੇ ਕਿਸੇ ਨਾਲ ਆਪਾਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣਾ ਆ ਜਾਂ ਆਪਾਂ ਫੋਰਨ ਦੇ ਵਿੱਚ ਰਹਿੰਦੇ ਹਾਂ, ਉਹਦਾ ਮਤਲਬ ਸਿੱਧਾ ਇਹ ਹੋਇਆ ਕਿ ਆਪਾਂ ਅਗਲੇ ਦੇ ਵਿਚਾਰ ਜਾਣਨੇ ਨੇ, ਠੀਕ ਹੈ। ਤੇ ਜੇ ਆਪਾਂ ਵਿਚਾਰ ਹੀ ਜਾਣਨੇ ਨੇ ਤਾਂ ਆਪਾਂ ਉਹਦੇ ਨਾਲ ਬਾਹਰ ਮੀਟਿੰਗਸ ਕਰ ਸਕਦੇ ਹਾਂ, ਮਿਲ ਸਕਦੇ ਹਾਂ। ਲੇਕਿਨ ਜੇ ਤੁਸੀਂ ਪਹਿਲਾਂ ਹੀ ਇਕੱਠੇ ਰਹਿਣ ਲੱਗੇ, ਜਿਹੜਾ ਉਸ ਚੀਜ਼ ਦਾ ਚਾਅ ਹੈ, ਜਿਹੜਾ ਤੁਹਾਡੀਆਂ ਰਸਮਾਂ ਨੇ, ਰੀਤੀ ਰਿਵਾਜ ਨੇ, ਉਸ ਤੋਂ ਬਾਅਦ ਜੋ ਤੁਸੀਂ ਐਡਜਸਟਮੈਂਟ ਕਰਨੀ ਹੁੰਦੀ ਵਿਆਹ ਤੋਂ ਬਾਅਦ 2 4 5 ਸਾਲ, ਉਸ ਤੋਂ ਬਾਅਦ ਤਾਂ ਚਲੋ ਪਤਾ ਹੀ ਹੈ ਉਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਹੈ ਨਾ। ਤੇ ਆਪਾਂ ਮਤਲਬ ਪੰਜਾਬੀ 'ਚ ਕਹਿੰਦੇ ਵੀ ਮਾੜਾ ਮੋਟਾ ਹੈ ਨਾ ਚੱਕ ਧਰ ਹੁੰਦੀ ਰਹਿੰਦੀ ਹੈ। ਤੇ ਬਾਕੀ ਲੇਕਿਨ ਉਹ 'ਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਵਿਆਹ ਕਰਾਉਂਦੇ ਹੋ, ਤੁਹਾਡੇ 4 5 ਸਾਲ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਆਰਾਮ ਨਾਲ ਲੰਘ ਜਾਂਦੇ ਨੇ, ਇੱਕ ਦੂਜੇ ਨੂੰ ਜਾਣਦੇ। ਜੇ ਤੁਸੀਂ 2 ਸਾਲ ਜਾਂ 3 ਸਾਲ ਪਹਿਲੇ ਇੱਕ ਦੂਜੇ ਨੂੰ ਜਾਣਦਿਆਂ ਨੂੰ ਕੱਢਦੇ, ਤੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਐਡਜਸਟਮੈਂਟ। ਮੈਂ ਉਸ ਵਿਆਹ ਨੂੰ ਵਿਆਹ ਨਹੀਂ ਮੰਨਦੀ। ਉਹ ਇੱਕ ਲੋਕ ਦਿਖਾਵਾ ਹੈ। 80% ਉਹ ਰਿਸ਼ਤਾ, 80% ਜਿਹੜੇ ਲਿਵਿੰਗ ਰਿਲੇਸ਼ਨਸ਼ਿਪਸ ਨੇ ਉਹ ਵਿਆਹ ਤੋਂ ਪਹਿਲੇ ਹੀ ਖਤਮ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਉਸ ਦਾ ਕਰੇਜ਼ ਹੀ ਦਿੰਦਾ, ਇੱਕ ਦੂਜੇ ਤੋਂ ਬੋਰ ਹੋ ਜਾਂਦੇ ਨੇ, ਇੱਕ ਚੀਜ਼ ਦੀ ਚੰਗੀਆਂ ਚੀਜ਼ਾਂ ਮਾੜੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਇਹ ਤਾਂ ਹਿਊਮਨ ਨੇਚਰ ਹੈ। ਅਸੀਂ ਕਿਸੇ ਵੀ ਬੰਦੇ ਨਾਲ ਇੱਕ ਕਮਰੇ ਦੇ ਵਿੱਚ 1 ਦਿਨ ਤੋਂ ਵੱਧ ਰਹਿ ਲਈਏ ਤੇ ਹਰੇਕ ਨਾਲ ਬਹਿਸ ਹੋਣੀ ਸੰਭਵ ਹੈ, ਚਾਹੇ ਸਾਡਾ ਪਿਓ ਹੀ ਕਿਉਂ ਨਾ ਹੋਵੇ ਹੈ। ਭਾਵੇਂ ਅਸੀਂ ਇੱਕ ਕੁੱਤਾ ਵੀ ਘਰ ਦੇ ਵਿੱਚ ਰੱਖ ਲਈਏ, ਤੇ ਅਸੀਂ ਜੇ ਉਹਦੇ ਨਾਲ ਵੀ 24 ਘੰਟੇ ਰਵਾਂਗੇ ਤਾਂ ਉਹ ਵੀ ਸਾਡੇ ਤੋਂ ਮੂੰਹ ਮੋੜ ਜਾਏਗਾ। ਸੋ ਇਸ ਤਰੀਕੇ ਦੀਆਂ ਜਿਹੜੀਆਂ ਚੱਲੇ ਨੇ ਸਮਾਜ ਦੇ ਵਿੱਚ, ਉਹ ਜ਼ਿਆਦਾ ਵਧੀਆ ਨਹੀਂ, ਉਹ ਨਹੀਂ ਹੋਣੇ ਚਾਹੀਦੇ। ਵਿਆਹ ਹੋਣਾ ਚਾਹੀਦਾ, ਚਾਹੇ ਤੁਸੀਂ ਅਰੇਂਜ ਕਰੋ ਚਾਹੇ ਤੁਸੀਂ ਕਰੋ ਲਵ ਮੈਰਿਜ, ਪਰ ਪੇਰੈਂਟਸ ਦੀ ਕੰਸੈਂਟ ਇੰਨੀ ਜ਼ਰੂਰੀ ਹੈ ਨਾ। ਇਹ ਠੀਕ ਹੈ, ਜਦੋਂ ਬੰਦੇ ਦੀ ਜਵਾਨੀ ਹੁੰਦੀ ਹੈ, ਬੰਦੇ ਨੂੰ ਹੋਰ ਕੁਝ ਦਿਖਦਾ ਨਹੀਂ, ਬੰਦਾ ਸਮਝਦਾ ਕਿ ਨਹੀਂ ਮੇਰਾ ਉਹਦੇ ਬਿਨਾਂ ਜੀਅ ਲੱਗਦਾ, ਉਹੀ ਮੇਰਾ ਸਾਰਾ ਕੁਝ ਹੈ। ਨਹੀਂ, ਜਿਹੜੀ ਜ਼ਿੰਦਗੀ ਦੀ ਅਸਲੀ ਗੱਡੀ ਹੈ ਨਾ ਜਨਾਬ, ਉਹ 30 ਸਾਲ ਤੋਂ ਬਾਅਦ ਚੱਲਦੀ ਹੈ। ਫਿਰ ਜਦੋਂ ਉਹ ਚੱਕੀ ਚੱਲਣੀ ਹੈ ਜਾਂ ਜ਼ਿਆਦਾ ਜਦੋਂ ਉਹਦਾ ਪਟਾ ਘੁੰਮਣਾ ਨਾ, ਫਿਰ ਉਹਨੇ ਦਾਣਾ ਵੱਡਾ ਛੋਟਾ ਨਹੀਂ ਦੇਖਣਾ। ਫਿਰ ਤੁਹਾਨੂੰ ਚੱਕੀ ਦੇ ਨਾਲ ਘੁੰਮਣਾ ਹੀ ਪੈਣਾ, ਜਾਂ ਉਸ ਪਟੇ ਦੇ ਨਾਲ ਤੁਹਾਡੀ ਪਟੇ ਵਾਂਗੂ ਤੁਹਾਨੂੰ ਵਲ ਖਾਣੇ ਹੀ ਪੈਣੇ ਨੇ, ਗੇੜੇ ਤੇ ਗੇੜਾ ਹੀ ਆਉਣਾ। ਉੱਥੇ ਫਿਰ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਮੇਰੀਆਂ ਗਲਤੀਆਂ ਪਿੱਛੇ ਕੀ ਰਹੀਆਂ, ਜਾਂ ਮੈਂ ਫਲਾਣੀ ਚੀਜ਼ ਫਲਾਣੀ ਕਰ ਲੈਂਦਾ ਤਾਂ ਚੰਗਾ ਰਹਿੰਦਾ, ਜਾਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲੈਂਦਾ। ਸੋ ਇਹ ਜਿਹੜੀਆਂ ਚੀਜ਼ਾਂ ਸੋਚਣ ਵਾਲੀਆਂ ਨੇ, ਇਹ 30 ਸਾਲ ਤੋਂ ਪਹਿਲਾਂ ਸੋਚਣ ਵਾਲੀਆਂ ਨੇ। ਪਹਿਲਾਂ ਇਹਨੂੰ ਸੋਚੋ, ਇਹਨੂੰ ਵਿਚਾਰੋ ਚੰਗੀ ਤਰੀਕੇ ਨਾਲ ਪੇਰੈਂਟਸ ਨਾਲ ਬੈਠ ਕੇ। ਇਹ ਇਕੱਲਾ ਇਮੋਸ਼ਨਲ ਸਟੈਪ ਨਹੀਂ ਹੈਗਾ। ਇਮੋਸ਼ਨਲ ਇਹਦੇ ਵਿੱਚ ਸਿਰਫ ਔਰ ਸਿਰਫ ਜਿਹੜਾ ਸੈਗਮੈਂਟ ਆ ਉਹ 5 ਤੋਂ 10% ਹੈ। 90% ਇੱਥੇ ਪ੍ਰੈਕਟੀਕਲੀ ਅੱਗੇ ਜਿਹੜੀ ਗੱਡੀ ਹੈ ਉਹ ਚੱਲਦੀ ਹੈ। ਸੋ ਜਦੋਂ 30 ਤੁਸੀਂ ਟੱਪ ਜਾਂਦੇ ਹੋ ਜਾਂ 35 ਤੇ ਹੋ ਜਾਂਦੇ ਹੋ, ਫਿਰ ਤੁਹਾਡੇ ਗੋਡੇ ਮੋਢੇ ਮੁੜਨੇ ਸ਼ੁਰੂ ਹੋ ਜਾਂਦੇ ਨੇ। ਉੱਧਰੋਂ ਫਿਰ ਕਬੀਲਦਾਰੀਆਂ ਪੈ ਜਾਂਦੀਆਂ, ਉੱਧਰੋਂ ਸਮਾਜ 'ਚ ਆਉਣਾ ਜਾਣਾ, ਪੇਰੈਂਟਸ ਥੋੜ੍ਹੇ ਬਜ਼ੁਰਗ ਹੋ ਜਾਂਦੇ ਨੇ, ਨਾ ਫਿਰ ਦਿਮਾਗ ਵੀ ਥੱਕਿਆ ਰਹਿੰਦਾ, ਨੀਂਦ ਵੀ ਨਹੀਂ ਪਰਾਉਂਦੀਆਂ, ਤੇ ਫਿਰ ਨਹੀਂ ਦਿਮਾਗ ਕੰਮ ਕਰਦਾ। ਔਰ ਜਿਹੜੇ ਲੋਕਾਂ ਨੇ ਵਿਆਹ ਕਰਾਉਣਾ ਆ, ਉਹ ਵਿਆਹ ਦੀ ਜਿਹੜੀ ਏਜ ਹੈ ਉਹ ਵੀ ਮੈਨੂੰ ਲੱਗਦਾ ਹੈ ਕਿ 27 28 ਤੋਂ ਲੈ ਕੇ 30 31 32 ਤੱਕ ਹੈ ਨਾ। ਇਸ ਤੋਂ ਬਾਅਦ ਜਿਹੜੇ ਲੋਕ ਲੇਟ ਹੋ ਜਾਂਦੇ ਨੇ, 35 ਤੋਂ ਬਾਅਦ ਵਿਆਹ ਸੋਚਦੇ ਨੇ ਜਾਂ 40 ਤੋਂ ਬਾਅਦ, ਉਹ ਫਿਰ ਮੈਨੂੰ ਲੱਗਦਾ ਕਿ ਉਸ ਤਬਕੇ ਨੂੰ ਵਿਆਹ ਵੱਲ ਨਹੀਂ ਸੋਚਣਾ ਚਾਹੀਦਾ, ਕਿਉਂਕਿ ਫਿਰ ਅੱਗੇ ਬੱਚੇ ਵੀ ਨੇ, ਸਾਰਾ ਕੁਛ ਹੈ, ਫਿਰ ਉਹਦੀ ਕੈਲਕੂਲੇਸ਼ਨਸ ਵਿਗੜ ਜਾਂਦੀਆਂ। ਫਿਰ ਜਦ ਨੂੰ ਸਾਡਾ ਸਿਸਟਮ ਨਹੀਂ ਰਹਿੰਦਾ, ਬੱਚੇ ਵਿਚਾਰੇ ਜਵਾਨ ਉਹ ਅੱਧ ਬਜੱਦਾ ਜਿਹਾ ਕੰਮ ਹੁੰਦਾ ਆ।
ਸੋ ਇਹਦੇ ਵਿੱਚ ਨਾ ਬਹੁਤ ਸਾਰੀ ਚੀਜ਼ਾਂ ਨੇ। ਮੈਨੂੰ ਲੱਗਦਾ ਇਕੱਲਾ ਇਮੋਸ਼ਨਲੀ ਰਿਸ਼ਤਾ ਨਹੀਂ ਹੁੰਦਾ ਵਿਆਹ, ਇੱਕ ਮੈਥਾਮੈਟੀਕਲ ਰਿਸ਼ਤਾ ਵੀ ਹੈਗਾ ਆ। ਤੁਹਾਨੂੰ ਸਾਰਾ ਹਿਸਾਬ ਕਿਤਾਬ ਵੀ ਇਹਦੇ 'ਚ ਲਾ ਕੇ ਚੱਲਣਾ ਪੈਂਦਾ ਆ। ਸੋ ਮੇਰੀ ਵਿਚਾਰਧਾਰਾ ਤਾਂ ਇਸ ਟੌਪਿਕ ਤੇ ਇਹੀ ਸੀ ਕਿ ਅਰੇਂਜ ਮੈਰਿਜ ਬਹੁਤ ਵਧੀਆ ਆ, ਲਵ ਕਮ ਅਰੇਂਜ ਮੈਰਿਜ ਵੀ ਬਹੁਤ ਵਧੀਆ ਆ। ਕੱਲੀ ਲਵ ਵੀ ਵਧੀਆ ਆ, ਪਰ ਜੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਕੀਤੀ ਗਈ ਹੋਵੇ। ਔਰ ਕੋਰਟ ਮੈਰਿਜ ਦੇ ਮੈਂ ਬਹੁਤ ਖਿਲਾਫ ਹਾਂ, ਜਿਹੜੇ ਲੋਕ ਘਰੋਂ ਭੱਜ ਕੇ ਵਿਆਹ ਕਰਾ ਲੈਂਦੇ ਨੇ। ਪਿੱਛੇ ਜੇ ਰੀਸੈਂਟ ਕੋਈ ਕੇਸ ਹੋਇਆ ਹੈ ਨਾ, ਮੈਂ ਤੇ ਉਹ ਇਸ ਤਰੀਕੇ ਨਾਲ ਹਨ, ਉਹਦੇ ਪੇਰੈਂਟਸ ਇੰਨੇ ਟੈਨਸ਼ਨ ਦੇ ਵਿੱਚ, ਤੇ ਉਹ ਵਿਚਾਰੇ ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਤੇ 15-20 ਦਿਨ ਉਹ ਟੈਨਸ਼ਨ 'ਚ ਰਹੇ। 15-20 ਦਿਨ ਛੱਡੋ, 1.5 ਮਹੀਨਾ ਹੀ ਟੈਨਸ਼ਨ 'ਚ ਰਹੇ। ਈਵਨ ਉਸ ਤੋਂ ਬਾਅਦ ਵੀ ਹੁਣ ਜਿਹੜੇ ਲੋਕਾਂ ਜਿਹੜੇ ਕਲਚਰ ਦੇ ਵਿੱਚ ਰਹਿੰਦੇ ਸੀ, ਉਹਨਾਂ ਨਾਲ ਹੁਣ ਗੱਲ ਕਰਨ ਤੋਂ ਕਤਰਾਉਂਦੇ ਆ। ਪਿਓ ਨੇ 2 ਮਹੀਨੇ ਸ਼ਕਲ ਨਹੀਂ ਦਿਖਾਈ ਕਿਸੇ ਨੂੰ, ਤੇ ਉਹ ਜਿੱਥੇ ਵਿਆਹ ਕਰਵਾ ਲਿਆ, ਤੇ ਉਹ ਮੈਨੂੰ ਲੱਗਦਾ ਜਿੱਥੇ ਵਿਆਹ ਜੋ ਹੋਇਆ ਹੋਣਾ ਉਹ ਕੋਈ ਉਹਨਾਂ ਦੇ ਮੁਤਾਬਿਕ ਉਹ ਮੁੰਡਾ ਹੈ ਨਹੀਂ। ਠੀਕ ਹੈ, ਕਿਉਂਕਿ ਪੇਰੈਂਟਸ ਹੋਰ ਤਰੀਕੇ ਨਾਲ ਸੋਚਦੇ ਨੇ, ਬੱਚਿਆਂ ਨੂੰ ਹਜੇ ਹੋਰ ਤਰੀਕੇ ਨਾਲ ਸੋਚਦੇ ਨੇ। ਉਹ ਜਦੋਂ ਸਾਰਾ ਕੁਝ ਹੋ ਗਿਆ, ਹਵਾ ਆ ਗਿਆ, ਚਲੋ ਉਸ ਤੋਂ ਬਾਅਦ ਪੇਰੈਂਟਸ ਨੂੰ ਐਕਸੈਪਟ ਤਾਂ ਕਰਨਾ ਪੈਂਦਾ ਹੀ ਹੈ। ਪਰ ਉਹ ਜਿਹੜੀ ਲਾਹਨਤ, ਉਹ ਜਿਹੜੀ ਬੇਇੱਜ਼ਤੀ, ਉਹ ਜਿਹੜਾ ਸਮੇਂ ਦੇ ਵਿੱਚ ਜਿਹੜੀ ਟੈਨਸ਼ਨ, ਉਹ ਅੱਗੇ ਜਾ ਕੇ ਜੋ ਭਰਾ ਆ ਜਾਂ ਉਹਦਾ ਕੋਈ ਪਿਓ ਹੈ, ਉਹਨੇ ਸਮਾਜ ਦੇ ਵਿੱਚ ਰਹਿਣਾ ਆ, ਤਾਂ ਉਹਨੂੰ ਜਿਹੜੀ ਉਹ ਗੱਲ ਸੁਣਨੀ ਪਏਗੀ, ਤੇ ਉਹਨੂੰ ਹਰੇਕ ਟਾਈਮ ਤੰਗ ਕਰੇਗੀ, ਉਹਨੂੰ ਲੈਟ ਡਾਊਨ ਕਰੇਗੀ। ਸੋ ਇਸ ਤਰੀਕੇ ਦੇ ਜਦੋਂ ਵਾਕਿਏ ਹੁੰਦੇ ਨੇ, ਇਸ ਤਰੀਕੇ ਦੇ ਜਦੋਂ ਹਾਦਸੇ ਮੈਂ ਕਹਾਂਗਾ ਵੀ ਐਕਸੀਡੈਂਟ ਹੁੰਦੇ ਨੇ, ਇਹ ਮੈਨੂੰ ਲੱਗਦਾ ਹੈ ਕਿ ਇਹ ਰਿਸ਼ਤਿਆਂ ਨੂੰ ਖ਼ਤਮ ਕਰ ਦਿੰਦੇ ਨੇ। ਸੋ ਇਸ ਤਰੀਕੇ ਦੇ ਵਿਆਹ ਦੀ, ਇਸ ਤਰੀਕੇ ਦੀ ਸ਼ਾਦੀਆਂ ਦੀ ਬਿਲਕੁਲ ਲੋੜ ਨਹੀਂ ਹੋਣੀ ਚਾਹੀਦੀ, ਨਾ ਕਿਸੇ ਨੂੰ ਇਸ ਚੀਜ਼ ਲਈ ਰਿਕਮੈਂਡ ਕਰਨਾ ਚਾਹੀਦਾ ਹੈ। ਤੇ ਇਹ ਕਈ ਵਾਰੀ ਕੀ ਹੁੰਦਾ ਕਿ ਵਕੀਲ ਲੋਕ ਜਾਂ ਆਪਣੇ ਫਾਇਦੇ ਲਈ ਕਿਸੇ ਦਾ ਕੁਛ ਕਰਾ ਦਿੰਦੇ ਨੇ, ਬਟ ਕਈ ਵਾਰੀ ਇਹ ਵੀ ਹੁੰਦਾ ਆ ਐਟ ਦ ਸੇਮ ਟਾਈਮ ਕਿ ਕੋਈ ਹੁਣ ਮੁੰਡੇ ਕੀ ਕਰਦੇ ਨੇ ਕਿ ਵਿਆਹ ਕਿਸੇ ਲੜਕੀ ਨਾਲ ਮਤਲਬ ਲਾਰਾ ਲੱਪਾ ਲਾ ਲਿਆ, 4-5 ਸਾਲ ਲਾਰਾ ਲੱਪਾ ਲਈ ਗਏ। ਉਸ ਤੋਂ ਬਾਅਦ ਕੀ ਹੋਇਆ ਕਿ ਪੇਰੈਂਟਸ ਨਹੀਂ ਮੰਨਦੇ। ਹੁਣ ਪੇਰੈਂਟਸ ਨਹੀਂ ਮੰਨਦੇ, ਚਲੋ ਜੀ ਪੇਰੈਂਟਸ ਦੀ ਮਰਜ਼ੀ ਨਾਲ ਵਿਆਹ ਕਰਾ ਲਾਂਗਾ, ਪਰ ਫਿਰ ਉੱਥੇ ਉਹ ਕੁੜੀ ਦਾ ਕੀ ਜਿਹਨੇ 4 ਸਾਲ ਨਾਲ ਹਨਾ ਇੱਕ ਉਸ ਤਰੀਕੇ ਦੇ ਫਰਜ਼ ਨਿਭਾਏ। ਸੋ ਉਸ ਕੇਸ ਦੇ ਵਿੱਚ ਮੈਂ ਕਹਾਂਗਾ ਕਿ ਹਾਂ, ਉਸ ਕੇਸ 'ਚ ਉਸ ਨੂੰ ਮੈਰਿਜ ਕਰਾਉਣੀ ਚਾਹੀਦੀ ਹੈ ਪੇਰੈਂਟਸ ਨੂੰ ਮਨਾ ਕੇ। ਜੇ ਨਹੀਂ ਮੰਨਦੇ, ਕੋਈ ਹੱਦ ਹੀ ਹੋ ਜਾਂਦੀ ਹੈ, ਫਿਰ ਉੱਥੇ ਉਸਨੂੰ ਉਸ ਕੁੜੀ ਦਾ ਸਾਥ ਨਹੀਂ ਛੱਡਣਾ ਚਾਹੀਦਾ, ਕਿਉਂਕਿ ਉੱਥੇ ਬਹੁਤ ਇਸ ਤਰੀਕੇ ਦੀਆਂ ਅਣਗਹਿਲੀਆਂ ਹੋ ਚੁੱਕੀਆਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਚੁੱਕੀਆਂ ਹੁੰਦੀਆਂ ਜਿਹੜੀਆਂ ਪਾਪ ਨੇ। ਸੋ ਐਡਾ ਵੱਡਾ ਪਾਪ ਨਹੀਂ ਲੈਣਾ ਚਾਹੀਦਾ। ਉਸ ਚੀਜ਼ ਦੇ ਵਿੱਚ ਵਕੀਲਾਂ ਦੀ ਮੈਨੂੰ ਲੱਗਦਾ ਹੈ ਆਪਾਂ ਨੂੰ ਜਾਂ ਲੋਕਾਂ ਨੂੰ ਜਾਂ ਜਿਹੜੇ ਇਸ ਤਰੀਕੇ ਦੇ ਲੋਕ ਹੁੰਦੇ ਨੇ ਹੈਲਪ ਲੈ ਲੈਣੀ ਚਾਹੀਦੀ ਹੈ, ਤੇ ਵਿਆਹ ਉਸ ਤਰੀਕੇ ਨਾਲ ਕਰਾ ਲੈਣਾ ਚਾਹੀਦਾ। ਸੋ ਇਹ ਕੇਸ ਟੂ ਕੇਸ ਡਿਪੈਂਡ ਕਰਦਾ ਹੈ। ਬਾਕੀ ਇਹ ਸਾਡੀ ਆਪਦੀ ਵਿਚਾਰਧਾਰਾ ਆ। ਅਸੀਂ ਨਹੀਂ ਕਹਿੰਦੇ ਕਿ ਇਹ ਕੋਈ ਯੂਨੀਵਰਸਲ ਰੂਲ ਹੈ ਜੋ ਅਸੀਂ ਕਰ ਰਹੇ ਹਾਂ, ਤੇ ਹਰ ਇੱਕ ਬੰਦਾ ਆਪਦੀ ਸੋਚ ਦਾ ਮਾਲਕ ਹੈ, ਜਿਹਨੂੰ ਜਿਵੇਂ ਠੀਕ ਲੱਗਦਾ ਕਰੇਗਾ। ਪਰ ਜੋ ਅਸੀਂ ਗੱਲਾਂ ਕੀਤੀਆਂ ਮੇਬੀ ਭਾਵੇਂ ਥੋੜ੍ਹੇ ਹੀ ਲੋਕ ਜਾਂ ਜਿੰਨੇ ਵੀ ਸਾਡੇ ਨਾਲ ਥੋੜ੍ਹੇ ਬਹੁਤੇ ਲੋਕ ਐਗਰੀ ਹੋਣਗੇ, ਪਰ ਮੈਨੂੰ ਇੱਦਾਂ ਲੱਗਦਾ ਕਿ ਸ਼ਾਇਦ ਇਸ ਐਕਸਪੀਰੀਅੰਸ ਤੋਂ, ਇਹਨਾਂ ਗੱਲਾਂ ਤੋਂ ਉਹ ਵੀ 1-2 ਦੇ ਕਿਸੇ ਨਾ ਕਿਸੇ ਦੇ ਖਾਨੇ ਜਦੋਂ ਪਾਣਗੇ ਤਾਂ ਕਿਸੇ ਨਾ ਕਿਸੇ ਦਾ ਜ਼ਰੂਰ ਭਲਾ ਹੋਏਗਾ। ਸੋ ਦੋਸਤੋ, ਦੱਸਿਓ ਤੁਹਾਨੂੰ ਸਾਡਾ ਇਹ ਟੌਪਿਕ ਕਿਵੇਂ ਲੱਗਿਆ, ਤੇ ਇਸੇ ਗੱਲ ਦੇ ਨਾਲ ਅਸੀਂ ਅੱਜ ਤੱਕ ਤੋਂ ਲੈਂਦੇ ਹਾਂ ਇਜਾਜ਼ਤ। ਨਵੇਂ ਤੇ ਇੱਕ ਹੋਰ ਟੌਪਿਕ ਦੇ ਨਾਲ ਤੁਹਾਨੂੰ ਅਸੀਂ ਕੱਲ੍ਹ ਨੂੰ ਮਿਲਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।